ਤੇ ਫਿਰ ਜੋ ਸਾਡੀ ਹਾਲਤ ਹੁੰਦੀ ਹੈ ਉਹਨੂੰ ਵੇਖ ਕੇ ਦੁਨੀਆ ਵੀ ਸਾਡੇ ਤੋਂ ਨਫ਼ਰਤ ਕਰਨੀ ਸ਼ੁਰੂ ਕਰ। ਅੱਜ रविदास जी का आगमन दिवस है। बाणी विच सानू महाराज पहली पातशाही कह रहे ने 14 जामे सतगुर होवा 70 भगतां धार 84 जामे पैर के कलयुग करो उधार। सारे कलयुग की जिम्मेवारी गुरु नानक ने ली है। रविदास जी का पहला जो जन्म सी ब्राह्मण के घर का। रामानंद जी का चेला रामानंद जी कबीर साहब के भी गुरु हुए, रविदास जी के भी होर बहुत सारे भगतों के, क्योंकि बड़ो शिरोमणि उन्होंने बाणी श्री गुरु ग्रंथ साहब जी भी बसंत राग उन्होंने चेले उन्होंने कहन से उन्होंने बचन सी, क्योंकि गुरबाणी भी सानू भी महाराज ने राह दस्या कि जांची रहत ना जानी है गुरमंत्र नहीं रीत, वहां का भोजन खाइया टूटे हास्यों प्रीत। ये मर्यादा उदों नहीं सी। रामानंद जी ने कहा क्योंकि चेलिया ने जाना तो सीधा मंग के लिया तो सादा नहीं वो खाना तो नाम जपना। रविदास जी की ड्यूटी लगी हुई नाल बचन सी कि इको घर चू मंगना है, दूजा घर नहीं मंगना। ते वो वेख के जे चंगे आचरण वाले ने पवित्र ने उन्हां कोल लिया। इस तरह ही होंदा सी। रविदास जी जाना एक माई ने तकरीबन रोज ही अर्ज करनी, पर पहला लै आए होंदे हम उत्थे नहीं खलोना। एक दिन महाराज जी रजा खूब मीह पिया होया, उस घर के बूहे के अगे आके पैर तल गया तो वो जो सीधा लिया होया सी ना वो सारा चिक्कड़ विच रुड़ गया। तो वो घर वाली जी सी वेंदी पई है, उन्हें फिर अर्ज की कि अज तो मेरे को लै जाओ, अज तो तुहाडे कोल जिहड़ा ले जांदे सो भी नहीं रहा, ले लिया। रामानंद जी ने जदों छकिया तो वो बिरत ना जुड़े, अख लगे सद्या अज सीधा कित्थों जाता है। सारा बचन सुनाया, आंदे चलो पता करिए। जो जाके पता किया ओदे घर वाला जिहड़ा सी ओदा काम चमारा वाला सी, हड्डियां वेचनियां इस तरह खल्ला लानियां इहो जिहा। जब पता लगा तो रविदास जी नूं सराप हो गया। आंदे ने ओए सानूं चमारा दे घर दा ओए चमारा तू सानूं चमारा दे घर दा खवा। शरीर छड्डिया, नवां जन्म लिया। नवां जन्म लिया तो पिछली सोझी सी, क्योंकि बंदगी का ये प्रभाव है कि पिछले संस्कार जिहड़े ने वो साडे नाल चले आउंदे ने। मां का दुध ना पी, क्योंकि चमारा के घर जन्म होया सी, दुध ना पी। उत्थे फिर रामानंद जी नूं आकाशवाणी हुई, महाराज वालों ताड़ना हुई, क्या ओदा कसूर तो थोड़ा जिहा सी कि उन्हें सजा इन्नी वड्डी दी है, जा वो हुण दुध नहीं पींदा ते जाके उन्होंने समझा। रामानंद जी गए ते रामानंद जी दे जान ते सो
ਜਦੋਂ ਚਮਾਰਾਂ ਦੇ ਘਰ ਦਾ ਜਨਮ ਸੀ ਤੇ ਬਿਰਤ ਤੇ ਪਿਛਲੀ ਸੀ ਪੁਰਾਣੀ। ਪਿਓ ਦੇ ਨਾਲ ਜੁੱਤੀਆਂ ਗੰਢਣੀਆਂ, ਛੋਟਿਆਂ ਹੁੰਦਿਆਂ ਤੋਂ ਹੀ ਕੰਮ ਸਿੱਖਿਆ। ਪਰ ਬਿਰਤ ਸੀ ਨਾ, ਉਹ ਕਿਸੇ ਗਰੀਬ ਕੋਲ ਜੁੱਤੀ ਨਾ ਵੇਖਣੀ, ਉਹਨੂੰ ਮੋਹ ਦੇ ਆਉਣੀ ਬਣਾ ਕੇ। ਕਿਸੇ ਗਰੀਬ ਕੋਲ ਪੈਸਾ ਨਹੀਂ ਸੀ, ਉਹਦੇ ਕੋਲ ਪੈਸਾ ਹੀ ਨਾ ਲੈਣਾ। ਪਿਓ ਦੁਖੀ ਹੋ ਗਿਆ, ਘਰੋਂ ਕੱਢ ਦਿੱਤਾ। ਘਰੋਂ ਕੱਢ ਦਿੱਤਾ। ਛੋਟੀ ਜਿਹੀ ਝੋਂਪੜੀ ਬਣਾ ਕੇ ਤੇ ਕੰਮ ਫਿਰ ਉਹੀ ਸ਼ੁਰੂ ਕੀਤਾ। ਲੰਘਦਿਆਂ ਜਾਂਦਿਆਂ ਦੇ ਜੋੜੇ ਗੰਢਣੇ ਤੇ ਸਾਰੇ, ਤੇ ਨਾਲ ਉਹਨਾਂ ਨੂੰ ਨਾਲ ਜੋੜੇ ਗੰਢਣੇ ਤੇ ਨਾਲ ਰੱਬ ਦੀਆਂ ਗੱਲਾਂ ਕਰਨੀਆਂ। ਉਹ ਪ੍ਰਤਾਪ ਇੰਨਾ ਵਧਿਆ ਕਿ ਆਉਂਦਿਆਂ ਜਾਂਦਿਆਂ ਉੱਥੇ ਭੀੜ ਲੱਗਣੀ ਸ਼ੁਰੂ ਹੋ ਗਈ। ਆਂਦੇ ਨੇ ਇੱਕ ਵਾਰੀ ਇਸ ਤਰ੍ਹਾਂ ਹੀ ਆਏ ਸੀ, ਉੱਥੇ ਬੈਠਿਆਂ ਬੈਠਿਆਂ ਉਹਨਾਂ ਨੇ ਚਰਚਾ ਦੇ ਵਿੱਚ ਗੰਗਾ ਜੀ ਦੀ ਬੜੀ ਉਪਮਾ ਕੀਤੀ। ਆਖਣ ਲੱਗੇ ਅਸੀਂ ਗੰਗਾ ਜੀ ਇਸ਼ਨਾਨ ਕਰਨ ਚੱਲੇ ਹਾਂ। ਉੱਥੇ ਕੋਈ ਆਖੇ ਮੈਂ ਇਹ ਭੇਟ ਲੈ ਕੇ ਚੱਲਿਆ, ਕੋਈ ਆਖੇ ਮੈਂ ਇਹ ਭੇਟ ਲੈ ਕੇ ਚੱਲਿਆ। ਰਵਿਦਾਸ ਜੀ ਵੀ ਆਂਦੇ ਨੇ ਮੇਰਾ ਵੀ ਇੱਕ ਦਮਣਾ ਲੈ ਜਾ, ਪਰ ਦਿਆ ਜੇ ਤਾਂ ਜੇ ਗੰਗਾ ਜੀ ਹੱਥ ਕੱਢ ਕੇ ਲੈਣ। ਇੱਕ ਅਜੀਬ ਗੱਲ ਸੀ ਉਹਨਾਂ ਨੇ ਕਹਿਣਾ। ਪਰ ਜਦੋਂ ਉੱਥੇ ਗਏ, ਉਹਨਾਂ ਅਰਦਾਸ ਕੀਤੀ ਕਿ ਹੇ ਗੰਗਾ ਮਾਤਾ, ਇਹ ਰਵਿਦਾਸ ਜੀ ਨੇ ਇਹ ਭੇਟਾ ਭੇਜੀ ਹੈ। ਤੇ ਗੰਗਾ ਜੀ ਨੇ ਹੱਥ ਕੱਢ ਕੇ ਤੇ ਲੈ ਲਿਆ। ਤੇ ਉਹਨਾਂ ਨੂੰ ਗੰਗਾ ਜੀ ਨੇ ਇੱਕ ਕੰਗਣ ਦਿੱਤਾ, ਬਹੁਤ ਸੋਹਣਾ ਕੰਗਣ। ਕਿਉਂ? ਜਿਹੜੇ ਦੇਵਤਿਆਂ ਨੇ ਦਿੱਤੀਆਂ ਚੀਜ਼ਾਂ ਕੋਈ ਮਾੜੀਆਂ ਤਾਂ ਹੁੰਦੀਆਂ ਨਹੀਂ, ਕਿ ਇਹ ਰਵਿਦਾਸ ਜੀ ਨੂੰ ਜਾ ਕੇ ਦਿਆ ਜੇ। ਉਹ ਜਿਹੜਾ ਲਿਆਇਆ ਸੀ ਨਾ, ਉਹਦੇ ਮਨ ਵਿੱਚ ਬੇਈਮਾਨੀ ਆ ਗਈ। ਉਹਨੇ ਰਵਿਦਾਸ ਜੀ ਨੂੰ ਨਹੀਂ ਦਿੱਤਾ, ਜਾ ਕੇ ਅੱਗੇ ਵੇਚ ਦਿੱਤਾ। ਉਹ ਹੀ ਕੰਗਣ ਬਹੁਤ ਸੁੰਦਰ ਸੀ। ਉਸ ਨਿਆਰੇ ਨੇ ਜਾ ਕੇ, ਚਿਤੌੜ ਦੀ ਰਾਣੀ ਸੀ, ਉਹਨੂੰ ਦਿਖਾਇਆ ਤੇ ਉਹ ਬੜੀ ਖੁਸ਼ ਹੋਈ। ਉਹ ਕੰਗਣ ਉਹਦੇ ਕੋਲ ਚਲਾ ਗਿਆ, ਪਰ ਵੇਖ ਕੇ ਆਖਣ ਲੱਗੀ ਕਿ ਇਹ ਤੇ ਇੱਕ ਕੰਗਣ ਹੈ, ਮੈਨੂੰ ਤੇ ਇਹਦੇ ਨਾਲ ਦਾ ਦੂਜਾ ਵੀ ਚਾਹੀਦਾ। ਦੂਜਾ ਵੀ ਚਾਹੀਦਾ। ਉਹ ਵੀ ਫਿਰ ਉਹ ਜਿਹਦੇ ਵਿੱਚ ਜੋੜੇ ਡੁਬੋਂਦੇ ਸਨ ਨਾ, ਕਿਉਂਕਿ ਪਾਣੀ ਦਾ ਬਾਟਾ ਹੁੰਦਾ ਹੈ, ਜਿਹਦੇ ਗਿੱਲਾ ਕਰਕੇ ਨਰਮ ਕਰਕੇ ਚਮੜੇ ਨੂੰ ਤੇ ਸਿਲਾਈ ਹੁੰਦੀ ਹੈ। ਉਹਦੀ ਮੈਂ ਬਹੁਤ ਵਿਸਤਾਰ ਵਿੱਚ ਨਹੀਂ ਜਾਂਦਾ। ਇਹੋ ਜਿਹੇ ਅਨੇਕ ਕੌਤਕ ਹੁੰਦੇ ਰਹੇ, ਕਿਉਂਕਿ ਗਰੀਬੀ ਦਾ ਵਿੱਚ ਰਹਿੰਦੇ ਸਨ। ਇੱਕ ਦਿਨ ਮਹਾਰਾਜ ਇੱਕ ਸਾਧ ਦਾ ਰੂਪ ਧਾਰ ਕੇ ਆ ਗਏ ਤੇ ਰਵਿਦਾਸ ਜੀ ਨੂੰ ਕਹਿੰਦੇ ਨੇ ਇਹ ਪਾਰਸ ਸੀ, ਪਾਰਸ। ਇਹ ਵੇਖ, ਉਹਨਾਂ ਦੀ ਉਹ ਰੰਬੀ ਲਈ, ਉਹਨੂੰ ਨਾਲ ਛੁਆਇਆ ਤੇ ਸੋਨੇ ਦੀ ਹੋ ਗਈ। ਆਂਦੇ ਨੇ ਇਹ ਰੱਖ ਲੈ। ਰਵਿਦਾਸ ਜੀ ਕਹਿੰਦੇ ਮੈਨੂੰ ਇਹਦੀ ਲੋੜ ਨਹੀਂ ਆਈ। ਨਹੀਂ ਨਹੀਂ, ਮੈਂ ਕਿੱਥੇ ਚੁੱਕੀ ਫਿਰਾਂਗਾ, ਇਹ ਰੱਖ ਲੈ। ਆਂਦੇ ਨੇ ਫਿਰ ਉੱਥੇ ਜਿੱਥੇ ਤੁਹਾਡਾ ਦਿਲ ਕਰਦਾ ਨਾ, ਝੋਂਪੜੀ ਵਿੱਚ ਰੱਖ ਜਾਓ। ਮਹਾਰਾਜ ਉੱਥੇ ਰੱਖ ਗਏ। ਕਿੰਨੇ ਸਾਲਾਂ ਬਾਅਦ ਫਿਰ ਮਹਾਰਾਜ ਪਤਾ ਕਰਨ ਆਏ ਕਿ ਵੇਖੀਏ ਇਹਨੇ ਉਹਦਾ ਫਾਇਦਾ ਵੀ ਉਠਾਇਆ ਕਿ ਨਹੀਂ ਉਠਾਇਆ। ਜਦੋਂ ਆ ਕੇ ਪੁੱਛਿਆ ਤੇ ਆਂਦੇ ਨੇ ਜਿੱਥੇ ਰੱਖਿਆ था ਜੇ ਉੱਥੋਂ ਲੈ ਲਓ, ਮੈਂ ਤੁਹਾਨੂੰ ਹੱਥ ਵੀ ਨਹੀਂ ਲਾਇਆ। ਜਿਹੜੇ ਮਹਾਰਾਜ ਦੇ ਪਿਆਰੇ ਨੇ
ਉਹ ਦੁਨੀਆ ਦੇ ਸੁੱਖਾਂ ਵੱਲ ਨਹੀਂ, ਉਹਨਾਂ ਨੂੰ ਜੋ ਸੁੱਖ ਉਸ ਪਰਮੇਸ਼ਰ ਦੀ ਬੰਦਗੀ ਵਿੱਚ ਹੁੰਦਾ ਹੈ। ਕਹਿੰਦੇ ਨੇ ਮੀਰਾ ਜੀ ਦੇ ਭਗਤ ਹੋਏ ਨੇ ਨਾ, ਉਹਨਾਂ ਨੂੰ ਵੀ ਲਾਗ ਰਵਿਦਾਸ ਜੀ ਤੋਂ ਲੱਗੀ। ਜਿਸ ਵੇਲੇ ਕਬੀਰ ਸਾਹਿਬ ਹੋਏ ਨੇ ਉਸੇ ਵੇਲੇ ਰਵਿਦਾਸ ਜੀ ਵੀ ਹੋਏ ਨੇ, ਧੰਨਾ ਜੀ ਵੀ ਉਸੇ ਵੇਲੇ ਹੋਏ ਨੇ, ਹੋਰ ਭਗਤ ਵੀ ਉਸ ਵੇਲੇ ਹੋਏ ਨੇ। ਸੋ ਬਹੁਤ ਸਾਖੀਆਂ ਨੇ ਰਵਿਦਾਸ ਜੀ ਦੀਆਂ। ਸੋ ਅੱਜ ਉਹਨਾਂ ਦਾ ਆਗਮਨ ਦਿਵਸ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਹੁਤ ਸਾਰੀ ਬਾਣੀ ਰਵਿਦਾਸ ਜੀ ਦੀ ਆਉਂਦੀ ਹੈ। ਸੋ ਗੁਰੂ ਕਿਰਪਾ ਕਰੇ ਅਸੀਂ ਵੀ ਗੁਰਾਂ ਕੇ ਦੱਸੇ ਮਾਰਗ ਤੇ ਚਲੀਏ, ਗੁਰਾਂ ਕੀ ਰਹਿਤ ਮਰਿਆਦਾ ਨੂੰ ਪਾਲਣ ਲੱਗਿਆ ਢਿੱਲ ਨਾ ਵਰਤੀਏ, ਫਿਕਰ ਨਾਲ ਗੁਰਾਂ ਕੇ ਬਚਨਾਂ ਦੇ ਉੱਤੇ ਚੱਲੀਏ। ਅੱਜ ਪੂਰਨਮਾਸ਼ੀ ਦਾ, ਮਾਘ ਦੀ ਪੂਰਨਮਾਸ਼ੀ ਹੈ। ਇਹ ਹੀ ਰਵਿਦਾਸ ਜੀ ਦੇ ਆਗਮਨ ਪੁਰਬ ਹੈ। ਤੇ ਮਹਾਰਾਜ ਦਾ ਹੁਕਮ ਹੈ ਅੱਜ ਪੂਰਨਮਾਸ਼ੀ ਵਾਲੇ ਦਿਨ ਲੂਣ ਦੀ ਵਰਤੋਂ ਨਹੀਂ ਕਰਨੀ। ਮਹਾਰਾਜ ਕਿਹਾ ਅੱਜ ਦੇ ਦਿਨ ਲੂਣ ਨੂੰ ਜਿੰਦਰੇ ਮਾਰ ਕੇ ਰੱਖ ਛੱਡੋ। ਗਲਤੀ ਨਾਲ ਵੀ ਪ੍ਰਸਾਦਾ ਵੀ 8 ਤਰ੍ਹਾਂ ਛਕਣ ਦਾ ਹੁਕਮ ਹੈ, ਪਰ ਉਹਦੇ ਵਿੱਚ ਛੂਟ ਦਿੱਤੀ ਹੈ ਕਿ ਸਰੀਰ ਨਾ ਮੰਨਦਾ ਹੋਵੇ ਪ੍ਰਸਾਦਾ ਭਾਵੇਂ 2 ਟਾਈਮ ਛਕ ਲਓ, ਪਰ ਲੂਣ ਦੀ ਵਰਤੋਂ ਦੀ ਸਖਤ ਮਨਾਹੀ ਹੈ। ਵਾਹਿਗੁਰੂ ਜੀ ਕਾ ਖਾਲਸਾ। ਵੀਰਵਾਰ ਆਉਣ